ਹੈਲੋ ਫਰੈਂਡਸ, ਤੁਹਾਡਾ ਸਵਾਗਤ ਹੈ ਪੰਜਾਬ ਸਟੱਡੀ ਆਈਕਿਊ ਚੈਨਲ ਦੇ ਉੱਤੇ। ਅੱਜ ਆਪਾਂ ਕਰ ਰਹੇ ਹਾਂ ਐਪਲੀਕੇਸ਼ਨਸ ਆਫ ਲੈਟੀਟਿਊਡਸ ਐਂਡ ਲੌਂਗੀਟਿਊਡਸ। ਇਸ ਤੋਂ ਪਹਿਲਾਂ ਵਾਲੀ ਕਲਾਸ 'ਚ ਆਪਾਂ ਲੈਟੀਟਿਊਡਸ ਕਰੀ ਜੀ। ਲੈਟੀਟਿਊਡਸ ਕੀ ਸੀਗੇ? ਲੈਟੀਟਿਊਡ ਐਂਗਲਸ ਸੀਗੇ। ਐਂਗਲਸ ਜਿਹੜੇ ਆਪਾਂ ਕਿੱਥੋਂ ਲੈਂਦੇ ਸੀ? ਅਰਥ ਦੇ ਸੈਂਟਰ ਤੋਂ। ਅਤੇ ਜਿਹੜੀ ਇਸ ਐਂਗਲਸ ਤੋਂ ਆਪਾਂ ਲਾਈਨ ਬਣਾਉਂਦੇ ਸੀ ਉਹਨੂੰ ਕੀ ਕਹਿੰਦੇ ਸੀ? ਲੈਟੀਟਿਊਡਨਲ ਲਾਈਨਸ, ਜਿਹੜੀਆਂ ਕੀ ਹੁੰਦੀਆਂ ਸੀ ਜੀ? ਹੌਰੀਜ਼ੋਨਟਲ ਹੁੰਦੀਆਂ ਸੀ। ਕੀ ਕੀ ਪ੍ਰੋਪਰਟੀ? ਮੈਕਸੀਮਮ ਲੈਟੀਟਿਊਡ ਕਿੰਨੀ ਹੁੰਦੀ ਸੀ? ਇੱਕ 90 ਡਿਗਰੀ ਸਾਊਥ ਵਾਲਾ ਹੁੰਦਾ, ਨਾਰਥ ਵਾਲਾ ਜੀ, 90 ਡਿਗਰੀ ਸਾਊਥ ਵਾਲਾ ਜੀ। 90 ਡਿਗਰੀ ਇੱਕ ਨਾਰਥ ਵਾਲਾ ਹੁੰਦਾ ਸੀ ਜੀ, ਇੱਕ 90 ਡਿਗਰੀ ਕਿਹੜਾ ਹੁੰਦਾ ਸੀ ਜੀ? ਸਾਊਥ ਵਾਲਾ ਹੁੰਦਾ ਸੀ। 0 ਡਿਗਰੀ ਨੂੰ ਆਪਾਂ ਇਕੁਏਟਰ ਕਹਿੰਦੇ ਸੀਗੇ, ਠੀਕ ਹੈ ਜੀ। ਟੋਟਲ ਲੈਟੀਟਿਊਡਸ ਕਿੰਨੇ ਹੁੰਦੇ ਸੀ ਜੀ? 181। ਟੋਟਲ ਲੈਟੀਟਿਊਡ ਮੀਨਸ ਐਂਗਲ, ਟੋਟਲ ਐਂਗਲ ਲੈਟੀਟਿਊਡ ਕਿੰਨੇ? 181, ਜਿਸ 'ਚ 90 ਨਾਰਥ ਵਾਲੇ ਜੀ, 90 ਸਾਊਥ ਵਾਲੇ, ਇੱਕ 0 ਡਿਗਰੀ ਇਕੁਏਟਰ ਵਾਲਾ ਸੀਗਾ ਜੀ। ਟੋਟਲ ਲੈਟੀਟਿਊਡਨਲ ਲਾਈਨ ਸੀਗੀਆਂ ਜੀ 179। ਇਹ ਤੁਹਾਨੂੰ ਦੱਸਿਆ ਸੀਗਾ ਕਿਉਂਕਿ ਆਪਾਂ 90 ਡਿਗਰੀ ਨਾਰਥ ਅਤੇ 90 ਡਿਗਰੀ ਸਾਊਥ ਤੋਂ ਕੋਈ ਵੀ ਲਾਈਨ ਡਰੋ ਨਹੀਂ ਕਰ ਸਕਦੇ, ਇਸ ਕਰਕੇ ਆਪਾਂ ਟੋਟਲ ਲਾਈਨਸ ਡਰੋ ਕਿੰਨੀਆਂ ਕਰਦੇ ਹਾਂ ਜੀ? 179 ਕਰਦੇ ਹਾਂ। ਇਹ ਸਾਰੀਆਂ ਲਾਈਨਸ ਕੀ ਨੇ? ਆਪਸ ਦੇ ਵਿੱਚ ਪੈਰਲਲ ਨੇ ਜੀ। ਸਾਰੀਆਂ ਲਾਈਨਸ ਆਪਸ 'ਚ ਕੀ ਨੇ? ਪੈਰਲਲ ਨੇ। ਮੀਨਸ ਇਹਨਾਂ ਵਿਚਕਾਰ ਜਿਹੜੀ ਇਹ ਦੂਰੀ ਆ ਹਮੇਸ਼ਾ ਕਿੰਨੇ ਦੇ ਬਰਾਬਰ ਰਹਿੰਦੀ, ਅਤੇ ਕਿੰਨੇ ਦੇ ਬਰਾਬਰ ਰਹਿੰਦੀ ਜੀ? 111 ਕਿਲੋਮੀਟਰ ਦੇ ਵਿੱਚ 111 ਕਿਲੋਮੀਟਰ 'ਤੇ ਰਹਿੰਦੀ ਹੈ। ਕਿਸੇ ਵੀ ਦੋ ਲੈਟੀਟਿਊਡਨਲ ਲਾਈਨਸ ਦੇ ਵਿਚਕਾਰ ਦੂਰੀ। ਅਤੇ ਇਹ ਜਿਹੜੇ ਸਾਰੇ ਲੈਟੀਟਿਊਡ ਨੇ ਪ੍ਰਾਈਮ ਮੈਰੀਡੀਅਨ ਦੱਸ ਤੁਹਾਨੂੰ ਲੌਂਗੀਟਿਊਡ ਵਿੱਚ ਕਰਾਂਗੇ। ਪ੍ਰਾਈਮ ਮੈਰੀਡੀਅਨ ਨੂੰ ਕਿੱਥੇ ਕੱਢਦੇ? ਰਾਈਟ ਐਂਗਲ 'ਤੇ। ਪ੍ਰਾਈਮ ਮੈਰੀਡੀਅਨ 0 ਡਿਗਰੀ ਲੌਂਗੀਟਿਊਡ ਨੂੰ ਕਹਿੰਦੇ ਜੀ ਆਪਾਂ, ਜਿਹੜਾ ਗ੍ਰੀਨ ਵਿੱਚ ਲੰਦਨ 'ਚ ਕੱਢਦਾ। ਇਹ ਸਾਰੀਆਂ ਜਿਹੜੀਆਂ ਵੀ ਆਪਣੀਆਂ ਲੈਟੀਟਿਊਡਨਲ ਲਾਈਨਸ ਨੇ ਉਸ ਨੂੰ ਪ੍ਰਾਈਮ ਮੈਰੀਡੀਅਨ ਨੂੰ ਕਿੰਨੇ 'ਤੇ ਕੱਢਦੀਆਂ ਨੇ? ਰਾਈਟ ਐਂਗਲ 'ਤੇ ਕੱਢਦੀਆਂ ਨੇ। ਅਤੇ 0 ਡਿਗਰੀ ਇਕੁਏਟਰ ਨੂੰ ਆਪਾਂ ਕੀ ਕਹਿੰਦੇ ਸੀ? ਗ੍ਰੇਟ ਸਰਕਲ ਕਹਿੰਦੇ ਸੀ। ਇਹ ਲੈਟੀਟਿਊਡ ਸੀ। ਅਤੇ ਲੌਂਗੀਟਿਊਡਸ ਕੀ ਸੀਗੇ ਜੀ? ਲੌਂਗੀਟਿਊਡਸ ਕੀ ਸੀਗੇ? ਲੌਂਗੀਟਿਊਡਨਲ ਕੀ ਸੀ? ਲੌਂਗੀਟਿਊਡ ਐਂਗਲ ਸੀ ਜਿਹੜੀ ਇਹਨਾਂ ਤੋਂ ਲਾਈਨ ਡਰਾ ਕਰੀ ਉਹਨੂੰ ਲੌਂਗੀਟਿਊਡਨਲ ਲਾਈਨਸ ਕਰਿਆ। ਟੋਟਲ ਲੌਂਗੀਟਿਊਡਸ ਕਿੰਨੇ ਜੀ? 360 ਸੀਗੇ। 360 ਜੀ। 0 ਡਿਗਰੀ ਨੂੰ ਆਪਾਂ ਪ੍ਰਾਈਮ ਮੈਰੀਡੀਅਨ ਕਹਿੰਦੇ, ਜਿਹੜਾ ਗ੍ਰੀਨ ਵਿੱਚੋਂ ਲੰਘਦਾ ਸੀ ਜੀ। ਗ੍ਰੀਨ ਵਿੱਚ ਕਿੱਥੇ? ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ। ਗ੍ਰੀਨ ਵਿੱਚ ਇਹ ਆਪਣਾ ਗ੍ਰੀਨ ਵਿੱਚ ਹੈ ਜੀ 0 ਡਿਗਰੀ। ਆਪਣੀ 0 ਡਿਗਰੀ ਜਿਹੜੀ ਪ੍ਰਾਈਮ ਮੈਰੀਡੀਅਨ ਹੈ ਇਹ ਜਾਂਦੀ ਜੀ ਇੱਥੋਂ ਦੀ। ਇਹ ਸਾਰੀ ਕੀ ਹੈ? 0 ਡਿਗਰੀ ਪ੍ਰਾਈਮ ਮੈਰੀਡੀਅਨ ਹੈ ਜੀ। ਜਿਹੜੇ ਲੌਂਗੀਟਿਊਡ ਸੀਗੇ, ਲੌਂਗੀਟਿਊਡ ਟੋਟਲ ਕਿੰਨੇ ਸੀ? 360 ਸੀ। 360 ਲਾਈਨ 'ਤੇ ਸਾਰੇ ਲੌਂਗੀਟਿਊਡਸ ਕੀ ਬਣਾਉਂਦੇ ਸੀ? ਸੈਮੀ ਸਰਕਲ ਬਣਾਉਂਦੇ ਸੀ। ਅਤੇ ਸਾਰਿਆਂ ਦੀ ਲੈਂਥ ਵੀ ਕੀ ਹੁੰਦੀ ਜੀ? ਬਰਾਬਰ। 0 ਡਿਗਰੀ ਨੂੰ ਆਪਾਂ ਪ੍ਰਾਈਮ ਮੈਰੀਡੀਅਨ ਕਹਿੰਦੇ ਹਾਂ। ਅਤੇ ਜਿਹੜੀ ਲੌਂਗੀਟਿਊਡਸ ਦੇ ਵਿਚਕਾਰ ਜਿਹੜੀ ਦੂਰੀ ਹੁੰਦੀ ਹੈ ਜੀ, ਜਿਹੜੇ ਲੈਟੀਟਿਊਡਨਲ ਲਾਈਨਸ ਦੀ ਦੂਰੀ ਹਮੇਸ਼ਾ ਕੀ ਰਹਿੰਦੀ? ਦੋਨਾਂ ਵਿਚਕਾਰ ਹਮੇਸ਼ਾ ਬਰਾਬਰ ਰਹਿੰਦੀ। ਪਰ ਲੌਂਗੀਟਿਊਡਨਲ ਲਾਈਨਸ ਦੇ ਵਿਚਕਾਰ ਜਿਹੜੀ ਦੂਰੀ ਹੁੰਦੀ ਹੈ ਜੋ ਇਕੁਏਟਰ 'ਤੇ ਮੈਕਸੀਮਮ ਹੁੰਦੀ ਹੈ, ਅਤੇ ਪੋਲਸ 'ਤੇ ਆ ਕੇ ਕੀ ਹੁੰਦੇ ਜੀ? ਮਿਨੀਮਮ ਹੋ ਜਾਂਦੀ ਹੈ। ਇਕੁਏਟਰ 'ਤੇ ਮੈਕਸੀਮਮ ਹੁੰਦੀ ਹੈ ਜੀ, ਅਤੇ ਪੋਲਸ 'ਤੇ ਕੀ ਹੋ ਜਾਂਦੀ ਜੀ? ਮਿਨੀਮਮ ਹੁੰਦੀ ਹੈ। ਹੁਣ ਆਪਾਂ ਅੱਜ ਕਰਾਂਗੇ ਜੀ ਇਹਨਾਂ ਦੀ ਐਪਲੀਕੇਸ਼ਨਸ। ਟੂ ਮੂਵਮੈਂਟਸ ਨੇ ਜੀ, ਦੋ ਗਤੀਆਂ ਨੇ ਅਰਥ ਦੀਆਂ। ਟੂ ਮੂਵਮੈਂਟਸ ਆਫ ਅਰਥ ਨੇ ਜੀ। ਕਿਹੜੀਆਂ ਨੇ ਜੀ? ਇੱਕ ਤਾਂ ਇੱਕ ਹੀ ਕਰਦੀ ਹੈ ਜੀ ਅਰਥ, ਇੱਕ ਤਾਂ ਰੋਟੇਸ਼ਨ ਕਰਦੀ ਹੈ ਜੀ, ਇੱਕ ਹੀ ਕਰਦੀ ਹੈ ਜੀ, ਇੱਕ ਰੈਵੋਲਿਊਸ਼ਨ ਕਰਦੀ ਹੈ। ਇੱਕ ਹੀ ਕਰਦੀ ਹੈ ਜੀ, ਰੈਵੋਲਿਊਸ਼ਨ ਕਰਦੀ ਹੈ। ਰੋਟੇਸ਼ਨ ਦਾ ਮਤਲਬ ਹੁੰਦਾ ਹੈ ਧੂਰੀ, ਆਪਦੀ ਧੂਰੀ ਦੇ ਆਲੇ ਦੁਆਲੇ ਘੁੰਮਣਾ। ਅਰਾਊਂਡ ਰਿਵੋਲਵ ਅਰਾਊਂਡ ਐਕਸਿਸ, ਅਰਾਊਂਡ ਇਟਸ ਐਕਸਿਸ, ਵੀ ਆਪਣੀ ਧੂਰੀ ਦੇ ਆਲੇ ਦੁਆਲੇ ਘੁੰਮਣਾ। ਜਿਵੇਂ ਅਰਥ 24 ਘੰਟੇ, ਇੱਕ ਰੋਟੇਸ਼ਨ ਅਰਥ ਆਪਦੀ ਐਕਸਿਸ ਦੇ ਆਲੇ ਦੁਆਲੇ ਕਿੰਨੇ ਚਿਰ 'ਚ ਪੂਰਾ ਕਰ ਲੈਂਦੀ? 24 ਘੰਟੇ। ਅਰਥ ਦੀ ਮੂਵਮੈਂਟ ਕੀ ਹੈ ਜੀ? ਈਸਟ ਤੋਂ ਵੈਸਟ ਵੱਲ। ਵੈਸਟ ਟੂ ਈਸਟ। ਅਰਥ ਦੀ ਮੂਵਮੈਂਟ ਕੀ ਹੈ ਜੀ? ਰੋਟੇਸ਼ਨ ਦੀ ਵੈਸਟ ਤੋਂ ਈਸਟ ਵੱਲ। ਮੀਨ ਅਰਥ ਇੱਕ ਤਾਂ ਰੋਟੇਸ਼ਨ ਕਰਦੇ, ਇੱਕ ਰੈਵੋਲਿਊਸ਼ਨ ਮੀਨਸ ਪਰਿਕਰਮਾ। ਰੈਵੋਲਿਊਸ਼ਨ ਜਿਹੜੀ ਸਨ ਦੇ ਆਲੇ ਦੁਆਲੇ ਘੁੰਮਣਾ, ਸਨ ਦੇ ਚਾਰੋਂ ਤਰਫ ਘੁੰਮਣ ਨੂੰ ਰੈਵੋਲਿਊਸ਼ਨ ਕਹਿੰਦੇ ਜੀ ਆਪਾਂ। ਜਿਹੜੀ ਰੋਟੇਸ਼ਨ ਹੈ, ਰੋਟੇਸ਼ਨ ਕਰਕੇ ਕੀ ਹੋ ਰਿਹਾ ਜੀ? ਰੋਟੇਸ਼ਨ ਕਰਕੇ ਕੀ ਹੋ ਰਿਹਾ ਜੀ? ਆਪਣੇ ਕੀ ਹੋ ਰਹੇ ਨੇ? ਡੇ ਐਂਡ ਨਾਈਟ। ਰੋਟੇਸ਼ਨ 24 ਘੰਟੇ 'ਚ ਕਰਦੀ ਹੈ ਜੀ ਪੂਰੀ ਅਰਥ ਆਪਣੀ। ਰੋਟੇਸ਼ਨ ਵਿੱਚ 24 ਘੰਟਿਆਂ ਵਿੱਚ ਕੀ ਹੋ ਰਹੇ ਨੇ? ਡੇ ਐਂਡ ਨਾਈਟ ਹੋ ਰਹੇ ਨੇ। ਪਰ ਜੇਕਰ ਆਪਾਂ ਸੀਜ਼ਨੈਲਿਟੀ ਦੀ ਗੱਲ ਕਰੀਏ, ਸੀਜ਼ਨੈਲਿਟੀ ਕਾਹਦੇ ਕਰਕੇ ਹੁੰਦੀ ਜੀ? ਰੈਵੋਲਿਊਸ਼ਨ ਕਰਕੇ ਹੁੰਦੀ ਹੈ। ਸੀਜ਼ਨੈਲਿਟੀ ਕਰਕੇ ਕਾਹਦੇ ਕਰਕੇ ਹੁੰਦੀ? ਰੈਵੋਲਿਊਸ਼ਨ ਐਂਡ ਟਿਲਟੇਸ਼ਨ ਆਫ ਅਰਥ। ਟਿਲਟੇਸ਼ਨ ਆਫ
ਸਭ ਤੋਂ ਪਹਿਲਾਂ ਆਪਾਂ ਰੋਟੇਸ਼ਨ ਕਰਾਂਗੇ ਜੀ, ਵੀ ਰੋਟੇਸ਼ਨ ਨਾਲ ਕੀ ਫਰਕ ਪੈਂਦਾ ਹੈ। ਸਨ ਹੈ ਤੇ ਆਪਣੀ ਅਰਥ ਹੈ ਇਹ, ਆਪਣੀ ਅਰਥ ਹੈ ਸਨ ਦੀਆਂ ਸਿੱਧੀਆਂ ਰੇਸਿਸ ਅਰਥ ਤੇ ਪੈ ਰਹੀਆਂ ਨੇ, ਤੇ ਆਪਾਂ ਨੂੰ ਪਤਾ ਸਨ ਦਾ ਜਿਹੜੀ ਆਪਣੀ ਅਰਥ ਹੈ, ਅਰਥ ਦੀ ਮੂਵਮੈਂਟ ਕਿਵੇਂ ਜੀ, ਅਰਥ ਦੀ ਮੂਵਮੈਂਟ ਹੈ ਜੀ ਵੈਸਟ ਤੋਂ ਈਸਟ ਵੱਲ। ਅਰਥ ਦੀ ਮੂਵਮੈਂਟ ਕਿਵੇਂ ਹੈ ਜੀ, ਵੈਸਟ ਤੋਂ ਈਸਟ ਵੱਲ। ਮੰਨ ਲਓ ਅਰਥ ਦੇ ਜਿਹੜੇ ਪੁਆਇੰਟ ਨੇ, ਅਰਥ ਦੇ ਮੰਨ ਲਓ ਪੁਆਇੰਟ ਨੇ A B C ਐਂਡ D। A B C ਐਂਡ D ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਸਨ ਦੀਆਂ ਰੇਜ਼ ਨੇ ਉਹ ਕਿਹੜੇ ਪਲੇਸ 'ਤੇ ਪੈਣਗੀਆਂ ਜੀ, A ਪਲੇਸ 'ਤੇ ਪੈਣਗੀਆਂ। ਉਸ ਤੋਂ ਬਾਅਦ ਜਦੋਂ ਅਰਥ ਦੀ ਮੂਵਮੈਂਟ ਹੋਈ ਜਾਊਗੀ, ਅਰਥ ਦਾ ਪਲੇਸ ਕੀ ਹੈ, A ਅੱਗੇ ਚਲਾ ਜਾਏਗਾ, ਉਦੋਂ ਬਾਅਦ A ਦੀ ਜਗ੍ਹਾ 'ਤੇ ਕੌਣ ਆ ਜਾਏਗਾ ਜੀ, B ਆ ਜਾਏਗਾ। ਦੈਨ B ਅੱਗੇ ਚਲ ਕੁਛ ਸਮੇਂ ਬਾਅਦ B ਅੱਗੇ ਚਲਾ ਜਾਏਗਾ, ਰੋਟੇਸ਼ਨ ਦੇ ਨਾਲ B ਦੀ ਜਗ੍ਹਾ 'ਤੇ ਕੌਣ ਆ ਜਾਏਗਾ, C ਆ ਜਾਏਗਾ ਐਂਡ D ਆ ਜਾਏਗਾ। ਮੀਨ ਸਭ ਤੋਂ ਪਹਿਲਾਂ ਸਨ ਰੇਜ਼ ਕਿਹਨੂੰ ਮਿਲ ਰਹੀਆਂ ਜੀ, ਇਹਨੂੰ ਮਿਲ ਰਹੀ। ਜੇਕਰ ਨੂੰ ਆਪਾਂ ਸਿੱਧਾ ਡਾਇਗਰਾਮ ਰਾਹੀਂ ਦੇਖੀਏ ਜੀ, ਸਿੱਧਾ ਪਲੇਨ ਡਾਇਗਰਾਮ ਰਾਹੀਂ ਦੇਖੀਏ, ਮੰਨ ਲੀजिए ਅਰਥ ਹੈ ਜੀ, ਮੰਨ ਲੀजिए ਅਰਥ ਹੈ ਜੀ, ਤੇ ਟਰੀ ਲਗਾ ਦਿੰਦੇ ਜੀ ਇੱਕ ਆਪਾਂ ਐਗਜ਼ਾਮਪਲ ਅਰਥ ਦੀ। ਅਰਥ ਦੇ ਉੱਤੇ 3 ਪਲੇਸ ਨੇ ਜੀ, A B ਐਂਡ C। C ਆਪਾਂ ਮੰਨ ਲਿਆ ਵੀ ਸਭ ਤੋਂ ਈਸਟਰਨ ਮੋਸਟ ਪੁਆਇੰਟ ਹੈ, ਈਸਟ ਵਾਲਾ ਪੁਆਇੰਟ ਹੈ ਜੀ, ਪੂਰਬ ਵੱਲ ਪੁਆਇੰਟ ਹੈ ਆਪਣਾ, ਪੂਰਬ ਵਾਲਾ ਪੁਆਇੰਟ ਹੈ, ਈਸਟ ਵੱਲ ਹੈ ਜੀ, ਬਿਲਕੁਲ ਈਸਟ ਵੱਲ ਹੈ। ਮੰਨ ਲਓ ਇੱਥੇ ਦੁਪਹਿਰ ਦੇ 12 ਵਜੇ ਨੇ ਜੀ, ਦੁਪਹਿਰ ਦੇ ਕਿੰਨੇ ਵਜੇ ਨੇ ਜੀ, ਦੁਪਹਿਰ ਦੇ ਮੰਨ ਲਓ 12 ਵਜੇ ਨੇ, 12 ਵਜੇ ਨੇ। ਮੀਨ ਸਨ ਕਿੱਥੇ ਹੋਊਗਾ ਜਿਹਦੇ ਜਿੰਨਾ ਵੀ ਉੱਪਰ ਹੋਊਗਾ, ਕੋਈ ਸ਼ੈਡੋ ਨਹੀਂ ਬਣਨੀ। ਸਨ ਕਿੱਥੇ ਹੋਊਗਾ ਜੀ, ਬਿਲਕੁਲ ਇਹਦੇ ਉੱਪਰ ਹੋਏਗਾ ਜੀ, ਠੀਕ ਹੈ ਜੀ। ਸਨ ਬਿਲਕੁਲ ਉੱਪਰ ਹੋਏਗਾ, ਮਤਲਬ ਡਾਇਰੈਕਟ ਰੇਜ਼ ਪੈ ਰਹੀਆਂ ਹੋਣਗੀਆਂ। ਹੁਣ ਜਦੋਂ ਸਨ ਜਮਾ ਇਹਦੇ ਉੱਤੇ ਹੈ ਜੀ, ਔਰ ਅਰਥ ਦੀ ਮੂਵਮੈਂਟ ਕਿਵੇਂ ਚੱਲ ਰਹੀ ਜੀ, ਆਪਣੀ ਵੈਸਟ ਤੋਂ ਈਸਟ ਵੱਲ। ਕਾਫੀ ਸਮਾਂ ਜਦੋਂ ਬੀਤ ਜਾਏਗਾ ਕੁਛ ਮੀਨਸ ਜਦੋਂ ਇੱਥੇ 12 ਨੂਨ ਹੋ ਰਹੇ ਨੇ, 12 ਦੁਪਹਿਰ ਦੇ 12 ਵੱਜ ਰਹੇ ਨੇ, ਅਜੇ B ਕੀ ਕਰ ਰਿਹਾ ਜੀ, B ਸਨ ਦੀ ਵੇਟ ਕਰ ਰਿਹਾ। B ਕੋਲੇ ਜੇ ਸੂਰਜ ਆਏ ਨਹੀਂ, ਮੀਨਸ B ਕੋਲੇ ਕੀ ਹੋ ਰਹੀ ਹੋਊਗੀ ਜੀ, ਮਾਰਨਿੰਗ ਹੋ ਰਹੀ ਹੋਏਗੀ। B ਕੋਲੇ ਕੀ ਹੋ ਰਹੀ ਹੋਏਗੀ, ਹਜੇ ਮਾਰਨਿੰਗ ਹੋ ਰਹੀ ਹੋਊਗੀ। ਪਰ ਜਿਵੇਂ ਜਿਵੇਂ ਅਰਥ ਦੀ ਮੂਵਮੈਂਟ ਹੋਈ ਜਾਏਗੀ, ਜਿਹੜਾ ਆਪਣਾ ਸਨ ਹੈ, ਸਨ ਦਾ ਮੂਵਮੈਂਟ ਵੀ, ਸਨ ਵੀ ਅੱਗੇ ਆ ਜਾਏਗਾ ਜੀ। ਮਤਲਬ ਅਰਥ ਦੀ ਮੂਵਮੈਂਟ ਹੋਈ ਜਾਏਗੀ, ਅੱਗੇ ਸਨ ਦੀ ਪੋਜੀਸ਼ਨ ਕੁਛ ਟਾਈਮ ਬਾਅਦ ਕਿੱਥੇ ਆ ਜਾਊਗੀ ਜੀ, B ਦੇ ਉੱਪਰ ਆ ਜਾਏਗੀ। ਸਨ ਦੀ ਪੋਜੀਸ਼ਨ ਕਿੱਥੇ ਆ ਜਾਏਗੀ ਜੀ, B ਉੱਪਰ ਆਈ। ਜਦੋਂ ਸਨ ਦੀ ਪੋਜੀਸ਼ਨ B ਉੱਪਰ ਆ ਜਾਏਗੀ ਜੀ, ਮੰਨ ਲਓ ਇੱਥੇ ਜਮਾ ਉੱਪਰ ਆ ਗਿਆ, ਉਸ ਟਾਈਮ ਇੱਥੇ ਕਿੰਨੇ ਵੱਜ ਜਾਣਗੇ ਜੀ, 12 ਵੱਜ ਜਾਣਗੇ। ਉਸ ਟਾਈਮ ਇੱਥੇ ਕਿੰਨੇ ਵੱਜ ਜਾਣਗੇ, 12 ਵੱਜ ਜਾਣਗੇ। ਪਰ ਜਦੋਂ ਇੱਥੇ 12 ਵੱਜ ਗਏ, ਜਦੋਂ ਇੱਥੇ ਸੂਰਜ ਆ ਗਿਆ ਜੀ, ਇੱਥੇ 12 ਵੱਜ ਗਏ, ਮੀਨਸ ਜਿਹੜਾ C ਪਲੇਸ ਸੀ, ਹੁਣ C 'ਤੇ ਕੀ ਹੋ ਰਹੀ ਹੋਊਗੀ, C ਹੁਣ ਕਿੱਧਰ ਨੂੰ ਜਾ ਰਿਹਾ ਹੋਊਗਾ ਜੀ, C ਵੱਲ ਈਵਨਿੰਗ ਹੋ ਰਹੀ ਹੋਊਗੀ। ਅਤੇ ਹਜੇ A, ਪਰ A ਹਾਲੇ ਵੀ ਕੀ ਕਰ ਰਿਹਾ ਹੋਊਗਾ ਜੀ, ਵੇਟ ਕਰ ਰਿਹਾ ਹੋਊਗਾ ਕਿਹਦੀ, ਸਨ ਦੇ ਆਉਣ ਦੀ। ਕਲੀਅਰ ਹੈ ਜੀ, ਸਨ ਦੇ ਆਉਣ ਦੀ। ਜਦੋਂ ਟਾਈਮ ਸਪੈਂਡ ਹੁੰਦਾ ਜਾਏਗਾ, ਹੋਰ ਹੋ ਜਾਏਗਾ, ਜਦੋਂ ਸਨ ਬਿਲਕੁਲ ਉੱਪਰ ਆ ਜਾਏਗਾ ਜੀ, A ਦੇ ਉੱਪਰ ਆ ਜਾਏਗਾ, ਮੀਨਸ ਹੁਣ A ਦੇ ਕੋਲੇ ਕੀ ਆ ਜਾਏਗੀ, ਆਫਟਰਨੂਨ ਆ ਜਾਏਗੀ, 12 ਨੂਨ ਬਣ ਜਾਣਗੇ। ਜਦੋਂ 12 ਨੂਨ ਆ ਜਾਣਗੇ, B ਕੋਲੇ ਕੀ ਆ ਜਾਏਗੀ ਜੀ, ਈਵਨਿੰਗ, ਅਤੇ C ਕੋਲੇ ਨੈਕਸਟ ਮਾਰਨਿੰਗ ਹੋਣ ਵਾਲੀ ਹੋਊਗੀ ਜੀ, ਠੀਕ ਹੈ। ਹੁਣ ਆਪਾਂ ਦੇਖ ਲਿਆ ਵੀ ਜਦੋਂ ਆਪਾਂ ਸੂਰਜ, ਜਦੋਂ ਵੀ ਸੂਰਜ ਦਾ ਦੇਖ ਰਹੇ ਆਪਾਂ, ਸੂਰਜ ਦੀ ਮੂਵਮੈਂਟ, ਅਰਥ ਦੀ ਮੂਵਮੈਂਟ ਦੇਖ ਰਹੇ ਹਾਂ, ਮੀਨਸ ਇਕੱਲੀ ਕੀ ਚੀਜ਼ ਚੇਂਜ ਹੋ ਰਹੀ। ਮੰਨ ਲਓ ਸੂਰਜ ਇੱਥੇ ਹੈ ਤਾਂ ਇਕੱਲਾ ਅਰਥ ਦੇ ਮੂਵਮੈਂਟ ਨਾਲ ਪਹਿਲਾਂ ਸਨ ਦੀਆਂ ਰੇਜ਼ ਇਸ ਲੌਂਗੀਟਿਊਡ 'ਤੇ ਪੈ ਰਹੀਆਂ ਸੀ, ਫਿਰ ਇਸ 'ਤੇ ਪੈ ਰਹੀਆਂ ਸੀ, ਫਿਰ ਇਸ 'ਤੇ, ਮਤਲਬ ਸਨ ਦੀ ਰੋਟੇਸ਼ਨ, ਅਰਥ ਦੀ ਰੋਟੇਸ਼ਨ ਨਾਲ ਵਿਦ ਰਿਸਪੈਕਟ ਟੂ ਸਨ ਦੇ ਇਕੱਲੀਆਂ ਕੀ ਚੀਜ਼ਾਂ ਚੇਂਜ ਹੋ ਰਹੀਆਂ ਨੇ, ਲੌਂਗੀਟਿਊਡ ਚੇਂਜ ਹੋ ਰਹੇ ਨੇ। ਇਕੱਲੇ ਕੀ ਚੇਂਜ ਹੋ ਰਹੇ ਨੇ ਜੀ, ਲੌਂਗੀਟਿਊਡ ਚੇਂਜ ਹੋ ਰਹੇ ਨੇ। ਮੀਨਸ ਆਪਣੀ ਅਰਥ ਰੋਟੇਸ਼ਨ ਕਿੰਨੇ ਚਿਰ 'ਚ ਲੈਂਦੀ ਹੈ ਜੀ, ਪੂਰੀ ਅਰਥ ਇੱਕ ਰੋਟੇਸ਼ਨ ਕਿੰਨੇ ਘੰਟਿਆਂ 'ਚ ਕਰਦੀ ਹੈ, 24 ਘੰਟੇ 'ਚ। ਅਤੇ ਟੋਟਲ ਲੌਂਗੀਟਿਊਡਸ ਕਿੰਨੇ ਜੀ, 360। ਮੀਨਸ 24 ਘੰਟਿਆਂ ਦੇ ਵਿੱਚ ਜਿਹੜਾ ਸਨ ਹੈ ਉਹ ਕਿੰਨੇ ਲੌਂਗੀਟਿਊਡਸ ਕਵਰ ਕਰਦਾ ਹੈ ਜੀ, 360 ਕਰਦਾ ਹੈ। ਜੇਕਰ ਆਪਾਂ ਪਤਾ ਕਰਨਾ ਵੀ 1 ਘੰਟੇ ਦੇ ਵਿੱਚ ਸਨ ਕਿੰਨੇ ਲੌਂਗੀਟਿਊਡ ਕੰਪਲੀਟ ਕਰ ਦੇਗਾ ਜੀ, 15 ਕਰ ਦੇਗਾ ਜੀ। ਜੇਕਰ 24 ਘੰਟਿਆਂ ਦੇ ਵਿੱਚ ਸਨ 360 ਲੌਂਗੀਟਿਊਡ ਕਰਦਾ ਹੈ, ਮੀਨਸ 1 ਘੰਟੇ ਦੇ ਵਿੱਚ ਸਨ ਕਿੰਨੇ ਕਰ ਦੇਗਾ ਜੀ, 15 ਲੌਂਗੀਟਿਊਡ ਕਰ ਦੇਗਾ ਜੀ। ਕਲੀਅਰ ਹੈ ਜੀ, 1 ਘੰਟੇ 'ਚ 15 ਕਰ ਦੇਗਾ। ਅਤੇ ਜੇਕਰ ਮਿੰਟਾਂ ਦੀ ਗੱਲ ਕਰੀਏ, 1 ਘੰਟੇ 'ਚ ਕਿੰਨੇ ਮਿੰਟ ਹੁੰਦੇ ਨੇ ਜੀ, 60 ਮਿੰਟ ਹੁੰਦੇ ਨੇ। ਮਤਲਬ 60 ਮਿੰਟਾਂ 'ਚ ਕਿੰਨੇ ਲੌਂਗੀਟਿਊਡ ਕਵਰ ਹੋਣੇ, 15। ਅਤੇ 4 ਮਿੰਟਾਂ 'ਚ ਕਿੰਨੇ ਲੌਂਗੀਟਿਊਡ ਕਵਰ ਹੋਣਗੇ, ਮੀਨਸ 4 ਮਿੰਟਾਂ 'ਚ ਕਿੰਨੇ ਲੌਂਗੀਟਿਊਡ ਕਵਰ ਹੁੰਦੇ ਹੋਣਗੇ, 1। ਇਹ ਕੈਲਕੂਲੇਸ਼ਨ ਨੂੰ ਤੁਸੀਂ ਕੀ ਰੱਖਣਾ ਹੈ ਜੀ, ਯਾਦ ਰੱਖਣਾ ਹੈ। ਇਸ ਕੈਲਕੂਲੇਸ਼ਨ ਨੂੰ ਕੀ ਰੱਖਣਾ ਹੈ ਤੁਸੀਂ,
याद रखने कि अर्थ क्योंकि 24 घंटे का दिन है जी, मतलब इतों शुरू हुई 180 अर्थ ये किन्ने ने 0 डिग्री प्राइम मेरिडियन तो इधर 179 इधर ने जी, 180 ईस्ट वाल 179 ईस्ट वाले जी, 179 वैस्ट वाले, 0 प्राइम ते एक 180 डिग्री ਲਈ मतलब टोटल 360 ਲੌਂਗੀਟਿਊਡ ਨੂੰ सन 24 ਘੰਟੇ ਦੇ ਵਿੱਚ ਇੱਕ ਦਿਨ ਕਵਰ ਕਰ ਲੈਂਦੇ ਜੀ। ਮੀਨਸ 24 ਘੰਟੇ ਦੇ ਵਿੱਚ ਕੁੱਲ ਕਿੰਨੇ ਲੌਂਗੀਟਿਊਡ ਕਵਰ ਕਰ ਰਹੇ 360। ਇੱਕ ਘੰਟੇ 'ਚ ਕਿੰਨੇ ਕਰਦਾ ਹੋਊਗਾ ਜੀ 15 ਤੇ 60 ਮਿੰਟਾਂ 'ਚ ਕਿੰਨੇ ਕਰਦਾ ਹੋਊਗਾ ਜੀ 15 ਤੇ 4 ਮਿੰਟਾਂ 'ਚ ਕਿੰਨੇ ਲੌਂਗੀਟਿਊਡ ਕਵਰ ਕਰੇਗਾ ਜੀ ਇੱਕ ਲੌਂਗੀਟਿਊਡ। ਹੁਣ ਦੇਖੋ ਇਸ 'ਤੇ ਆਪਾਂ ਕੁਐਸਚਨ ਕਰਦੇ ਹਾਂ ਜੀ, ਕੁਐਸਚਨ ਕਿਵੇਂ ਆਊਗਾ ਤੁਹਾਨੂੰ। ਕੁਐਸਚਨ ਮੰਨ ਲਓ ਤੁਹਾਨੂੰ ਦੇ ਦੂਗਾ ਜੀ ਉਹ ਕੁਐਸਚਨ ਤੁਹਾਨੂੰ ਆਊਗਾ ਜੀ, ਕੁਐਸਚਨ ਕਹਿ ਦੇਗਾ क्वेश्चन ਤੁਹਾਨੂੰ ਕਹਿ ਦੇਗਾ ਜੀ ਮੰਨ ਲਓ 30 डिग्री ईस्ट 30 डिग्री ईस्ट 30 डिग्री ईस्ट ਦੇ ਉੱਤੇ ਮੰਨ ਲਓ 1 PM ਹੋ ਰਿਹਾ ਹੈ। ਤੁਸੀਂ ਇੱਕ ਗੱਲ ਨੋਟ ਕਰੀ ਦੇਖੋ ਇਸ ਕੁਐਸਚਨ ਤੋਂ ਪਹਿਲਾਂ ਇੱਕ ਚੀਜ਼ ਮੈਂ ਗੱਲ ਤੁਹਾਨੂੰ ਹੋਰ ਕਰਾਂ, ਜਦੋਂ ਵੀ ਆਪਾਂ ਕਿਸੇ ਵੀ ਪੁਆਇੰਟ ਤੋਂ ਅਰਥ ਦੇ ਉੱਤੇ ਕਿਸੇ ਵੀ ਪੁਆਇੰਟ ਤੋਂ ਫਰੋਮ ਐਨੀ ਪੁਆਇੰਟ ਆਫ ਅਰਥ ਫਰੋਮ ਐਨੀ ਪੁਆਇੰਟ फ्रॉम एनी पॉइंट ऑन अर्थ जेकर तुसी ईस्ट वल जाने हो, जेकर तुसी किधर जाने हो जी ईस्ट वल जाने हो, जेकर तुसी किसी भी पॉइंट तो किधर जाने हो जी ईस्ट वल जाने हो तो सोनू टाइम की करना पएगा जी, हमेशा टाइम की करना पएगा जी प्लस करना पएगा, टाइम की करना पएगा प्लस करना पएगा। पर जेकर तुसी किसी भी जगह तो किसी भी पॉइंट तो किधर नू जाने हो जी वैस्ट ਵੱਲ ਜਾਂਦੇ ਹੋ ਤਾਂ ਟਾਈਮ ਹਮੇਸ਼ਾ ਤੁਹਾਨੂੰ ਕੀ ਕਰਨਾ ਪਏਗਾ ਜੀ ਟਾਈਮ ਨੂੰ ਕੀ ਕਰਨਾ ਪਏਗਾ ਮਾਈਨਸ ਕਰਨਾ ਪਏਗਾ। ਉਹੀ ਕੇਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਰਾ ਕੇ ਹਟਿਆ ਜੀ, ਮੰਨ ਲਓ ਸਨ ਇੱਥੇ ਸੀ ਦੁਪਹਿਰ ਦੇ 12 ਵਜੇ ਸੀ, 2 ਘੰਟੇ ਬਾਅਦ ਸਨ ਦੀ ਪੋਜੀਸ਼ਨ ਕਿੱਥੇ ਆ ਗਈ ਜੀ ਬੀ ਪੋਜੀਸ਼ਨ 'ਤੇ, ਹੁਣ ਇੱਥੇ ਦੁਪਹਿਰ ਦੇ 12 ਵੱਜ ਗਏ। ਹੁਣ ਜੇਕਰ ਤੁਸੀਂ ਸੀ ਵੱਲ ਜਾਣਾ ਹੈ, ਸੀ ਵੱਲ ਮੀਨਸ ਕੀ ਹੋ ਰਹੀ ਹੋਗੀ ਸ਼ਾਮ ਹੋ ਰਹੀ, ਮਤਲਬ ਇਸ ਟਾਈਮ ਨੂੰ ਤੁਸੀਂ ਕੀ ਕਰਿਆ प्लस करिया। जेकर तुसी बी तो किधर जाना है सी वल, पर जेकर तुसी सी तो बी वल जाना है मतलब तुसी क्या आना है वैस्ट वल आना है तो तुसी टाइम नू की कर रहे हो माइनस। जेकर इत्थे दोपहर दे 12 बजे से इत्थे की हो रहा सी दिन हो रहा सी जी। क्लीयर समझ गए जी। हुण देखो क्वेश्चन है जी आपां नू मान लो 12 डिग्री मान लो 15 डिग्री ईस्ट दे उपर 15 डिग्री ईस्ट ਦੇ ਉੱਪਰ ਕਿੰਨੇ ਵਜੇ ਨੇ ਜੀ 12 ਵਜੇ ਨੇ ਜੀ 12 ਨੂਨ ਹੋਏ ਨੇ 12 PM ਦੁਪਹਿਰ ਦੇ 12 ਵਜੇ ਨੇ ਜੀ। ਹੁਣ ਤੁਹਾਨੂੰ ਪਤਾ ਹੈ 0 डिग्री ईस्ट है जी अपना एक 0 डिग्री की है जी प्राइम मेरिडियन है 0 डिग्री। ਹੁਣ ਤੁਹਾਨੂੰ ਪਤਾ है जी 0 डिग्री की है जी अपना प्राइम मेरिडियन है। ये इधर की है जी 15 डिग्री ईस्ट 15 डिग्री ईस्ट के उत्ते आपां नूं समा कितना दिता है जी 12 वजे ने, समा कितना दिता जी 12 वजे ने दोपहर दे। आपां नूं पुछया है जी 15 डिग्री वैस्ट के उपर कितना टाइम होया होगा, आपां नूं पुछया है 15 डिग्री वैस्ट के उपर कितना टाइम होगा। तुहानूं पता है 15 लॉन्गीट्यूड मीनस 15 ईस्ट मीनस 15 लॉन्गीट्यूड है जी, मतलब विचाले किन्ने लॉन्गीट्यूड आ गए जी 15 आ गए, 15 ये आ गए जी 15 ते 15 30 15 लॉन्गीट्यूड किन्ने घंटे च कवर होंदे ने जी 1 घंटे दे विच। 15 लॉन्गीट्यूड कवर करते कितना लगता है जी 1 घंटा। हूँ आप ही करके कटे से मीनस 24 घंटे किन्ने लॉन्गीट्यूड कवर होंगे सी जी 360, तो 1 घंटे किन्ने होंगे सी जी 15 मीनस 1 घंटा ये हो गया जी 1 घंटा 0 तो 15 डिग्री वैस्ट वाला हो गया। हूँ आप किधर जा रहे जी ईस्ट तो वैस्ट वाल। जो भी आप ईस्ट तो वैस्ट वाल जावांगे आपां नूं टाइम की करना है जी माइनस करना है। मीनस जेकर इत्थे 12 बजे ने तो 2 घंटे माइनस कर देंगे जी 15 डिग्री वैस्ट ते कितना टाइम हो रहा होगा जी 10 बज रहे होंगे। 10 किहड़े बज रहे होंगे जी मॉर्निंग दे, 10 किहड़े बजणगे जी मॉर्निंग दे। सिमिलरली एक होर क्वेश्चन कर लेने जी आपां, बाकी एक होर क्वेश्चन कर रहे हैं जी। देखो आप नैक्सट करते हैं जी, मान लो 45 डिग्री वैस्ट 45 डिग्री वैस्ट के उत्ते 1 वजे जी 1 PM हो रहे ने जी। आपां नूं पुछया है 15 डिग्री ईस्ट का कितना टाइम होएगा, 15 डिग्री ईस्ट से किन्ने बज रहे होंगे। हुण 45 डिग्री वैस्ट है जी
45 डिग्री वेस्ट मीन्स 45 डिग्री वेस्ट, 30 डिग्री वेस्ट, 15 डिग्री वेस्ट, 0 डिग्री वेस्ट, दैन 15 डिग्री ईस्ट। ਆਪਾਂ 45 डिग्री वेस्ट कितना टाइम हो रहा जी, 1 वज रहा है। किन्ने लॉन्गिट्यूड 15 15 15 15 किन्ने घंटे, 1 घंटा इत्थे लगेगा जी, 1 घंटे का गैप आएगा जी, 1 घंटे का ये आ जी, 1 घंटे टोटल किन्ने घंटे का गैप होगा जी, 4 घंटे का। आप किधर जा रहे जी, वैसट तो ईस्ट वाल, वैसट तो ईस्ट वाल जावांगे हमेशा टाइम नू की करांगे जी, प्लस करांगे। मतलब जेकर इत्थे 1 वजे ने मीनस 15 डिग्री ईस्ट ते किन्ने घंटे हो रहे होणगे जी, किन्ने वज रहे होणगे, 4 घंटे प्लस होगा टाइम, मीनस उत्थे किन्ने वज रहे होणगे जी, 5 PM वज रहे होणगे। ये जी टाइम एप्लीकेशन है अपनी लॉन्गिट्यूड की। जी आप करते हैं इंटरनेशनल डेटलाइन। इंटरनेशनल डेटलाइन जी बैरिंग स्ट्रेट जी कितों निकलती है जी, बैरिंग स्ट्रेट तो निकलती, इनू पानी विचों तां बनाई भी डेट का इफेक्ट है। सारी जी इंटरनेशनल डेट ने जिगजैग मोशन है, तां ही लगता है क्योंकि ये कॉन्टीनेंट तो किसी भी कॉन्टीनेंट चो ये सिर्फ वाटर बॉडी चो पास करती है, किसी भी कॉन्टीनेंट तो पास नहीं करती। क्योंकि जेकर इंटरनेशनल डेट लाइन किसी कॉन्टीनेंट तो पास, फिर उस लाइन के एक पासे डेट कोई हो रहेगी, दूजे पासे कोई होर डेट होएगी। इस करके इंटरनेशनल डेट लाइन आप सिर्फ वाटर बॉडीज़ चो कराया गया। जिहड़ा इहदा जिगजैग पाथ है वो भी इसे करके, जिथे भी कोई विचाले आईलैंड वगैरह कोई भी कंट्री वगैरह आई है ਉੱਥੋਂ ਇਹਨੂੰ ਸਾਈਡ ਦੀ ਕੱਢਿਆ ਗਿਆ, ਉਸ ਨੂੰ ਆਪਾਂ ਕੀ ਕਹਿੰਦੇ ਇੰਟਰਨੈਸ਼ਨਲ ਡੇਟ ਲਾਈਨ ਕਹਿੰਦੇ। ਹੁਣ ਸਪੋਜ਼ ਕਰੋ ਆਪਣੇ ਈਸਟਰਨ ਮੋਸਟ ਪੁਆਇੰਟ ਤੇ ਮੰਨ ਲਓ ਡੇਟ ਹੈ 2 ਜਨਵਰੀ ਹੈ, 2 ਜਨਵਰੀ ਹੈ। ਮੰਨ ਲਓ ਈਸਟਰਨ ਮੋਸਟ ਪੁਆਇੰਟ ਤੋਂ ਤੁਸੀਂ ਵੈਸਟ ਵੱਲ ਜਾਈ ਜਾਓ, ਵੈਸਟ ਵੱਲ ਜਾਂਦੇ ਰਹੋ ਜਮਾ ਕੰਪਲੀਟ ਵੈਸਟ, ਤੇ ਤੁਸੀਂ ਪੁਆਇੰਟ B ਤੇ ਆ ਜਾਓ। ਹੁਣ ਪੁਆਇੰਟ A ਤੇ ਜਿੱਥੇ 2 ਜਨਵਰੀ ਹੈ, ਪੁਆਇੰਟ A ਤੇ B ਦੇ ਵਿਚਕਾਰ ਘੱਟੋ ਘੱਟ 24 ਘੰਟੇ ਦਾ ਫਰਕ, ਮੀਨਸ 24 ਘੰਟੇ ਪਿੱਛੇ ਹੋਗਾ, ਮੀਨਸ ਇੱਥੇ ਡੇਟ ਕੀ ਹੋਏਗੀ ਜੀ, 1 ਜਨਵਰੀ ਹੋਏਗੀ, 1 ਜਨਵਰੀ ਹੋਏਗੀ ਜੀ। ਮੀਨਸ ਆਪਾਂ ਕਹਿ ਸਕਦੇ ਹਾਂ ਇੱਧਰਲੇ ਪਾਸੇ ਕੀ ਹੋਏਗੀ ਜੀ, 1 ਜਨਵਰੀ ਹੋਏਗੀ। ਹੁਣ ਤੁਸੀਂ ਜੇਕਰ ਇੰਟਰਨੈਸ਼ਨਲ ਡੇਟ ਲਾਈਨ ਦੇ ਵੈਸਟ ਵੱਲ ਜਾਂਦੇ ਹੋ, ਇੰਟਰਨੈਸ਼ਨਲ ਡੇਟ ਲਾਈਨ ਦੇ ਵੈਸਟ ਵੱਲ ਜਾਂਦੇ ਹੋ, ਤਾਂ ਤੁਹਾਨੂੰ ਡੇਟ ਕੀ ਕਰਨੀ ਪੈਂਦੀ ਹੈ ਜੀ, ਪਲੱਸ ਕਰਨੀ ਪੈਂਦੀ ਹੈ। ਡੇਟ ਕੀ ਕਰਨੀ ਪੈਂਦੀ ਹੈ, ਪਲੱਸ ਕਰਨੀ ਪੈਂਦੀ ਹੈ। ਇਸ ਕਰਕੇ ਇਸ ਨੂੰ ਆਪਾਂ ਕੀ ਕਹਿੰਦੇ, ਲਾਸ ਆਫ ਡੇ ਕਹਿੰਦੇ ਨੇ ਜੀ। ਜਦੋਂ ਵੀ ਆਪਾਂ ਇੰਟਰਨੈਸ਼ਨਲ ਡੇਟ ਲਾਈਨ ਤੋਂ ਵੈਸਟ ਵੱਲ ਆਵਾਂਗੇ, ਇੰਟਰਨੈਸ਼ਨਲ ਡੇਟ ਲਾਈਨ ਤੋਂ ਵੈਸਟ ਵੱਲ ਆਪਾਂ ਆਵਾਂਗੇ, ਆਪਾਂ ਨੂੰ ਡੇਟ ਕੀ ਕਰਨੀ ਪਏਗੀ ਜੀ, ਪਲੱਸ ਕਰਨੀ ਪਈ। ਮੀਨਸ ਤੁਸੀਂ 1 ਜਨਵਰੀ ਸੀਗੇ, ਕੋਈ ਸ਼ਿਪ ਹੈ ਪਾਣੀ ਦਾ ਜਹਾਜ਼ ਇੰਟਰਨੈਸ਼ਨਲ ਡੇਟ ਲਾਈਨ ਨੂੰ ਕ੍ਰੋਸ ਕਰਦਾ ਜੀ, ਇੱਧਰ ਨੂੰ ਆਉਂਦਾ ਹੈ, ਮੰਨ ਲਓ 1 ਜਨਵਰੀ ਵਿੱਚ ਸੀਗਾ, ਤਾਂ ਉਹਨੂੰ ਆਪਦੀ ਡੇਟ ਕੀ ਨਹੀਂ ਕਰਨੀ ਪਊਗੀ, 2 ਜਨਵਰੀ। ਮੀਨਸ ਡੇਟ ਪਲੱਸ ਕਰਨੀ, ਮੀਨਸ ਲਾਸ ਆਫ ਡੇ ਹੋ ਗਿਆ, ਉਹਨੂੰ 1 ਦਿਨ ਘੱਟ ਜੀਣਾ ਪਿਆ। ਪਰ ਜੇਕਰ ਆਪਾਂ ਇਹਦਾ ਰਿਵਰਸ ਕਹੀਏ, ਜੇਕਰ ਤੁਸੀਂ ਡੇਟ ਲਾਈਨ ਨੂੰ ਈਸਟ ਵੱਲ ਕ੍ਰੋਸ ਕਰਦੇ ਹੋ, ਈਸਟ ਵੱਲ ਕ੍ਰੋਸ ਕਰਦੇ ਹੋ, ਮੰਨ ਲਓ ਤੁਹਾਡੀ ਇੱਥੇ 2 ਜਨਵਰੀ ਸੀ, ਤੁਸੀਂ ਡੇਟ ਘਟਾ ਕੇ ਕੀ ਕਰਨੀ ਪਊਗੀ, 1 ਜਨਵਰੀ। ਮੀਨਸ ਗੇਨ ਆਫ ਡੇਟ ਨੂੰ ਕੀ ਕਰਨਾ ਪਿਆ, ਮਾਈਨਸ ਕਰਨਾ ਪਿਆ। ਮੀਨਸ ਉਹਨੂੰ ਕੀ ਕਹਿੰਦੇ ਜੀ ਆਪਾਂ, ਗੇਨ ਆਫ ਡੇ। ਤੁਸੀਂ ਬਸ ਇਹੀ ਯਾਦ ਰੱਖਣਾ, ਜੇਕਰ ਇੰਟਰਨੈਸ਼ਨਲ ਡੇਟ ਲਾਈਨ ਨੂੰ, ਇੰਟਰਨੈਸ਼ਨਲ ਡੇਟ ਲਾਈਨ ਦੇ ਆਪਾਂ ਵੈਸਟ ਵੱਲ ਜਾਵਾਂਗੇ, ਤਾਂ ਆਪਾਂ ਨੂੰ ਡੇਟ ਕੀ ਕਰਨੀ ਪੈਂਦੀ ਹੈ, ਪਲੱਸ ਕਰਨੀ ਪੈਂਦੀ ਹੈ। ਇਸ ਕਰਕੇ ਉਹਨੂੰ ਲਾਸ ਆਫ ਡੇ ਕਹਿੰਦੇ ਆ ਜੀ ਆਪਾਂ। ਪਰ ਜੇਕਰ ਆਪਾਂ ਇੰਟਰਨੈਸ਼ਨਲ ਡੇਟ ਲਾਈਨ ਦੇ ਈਸਟ ਵੱਲ ਜਾਵਾਂਗੇ, ਆਪਾਂ ਨੂੰ ਡੇਟ ਕੀ ਕਰਨੀ ਪਏਗੀ ਜੀ, ਮਾਈਨਸ ਕਰਨੀ ਪਏਗੀ, ਜਿਸ ਨੂੰ ਆਪਾਂ ਕੀ ਕਹਿੰਦੇ ਜੀ, ਲਾਸ ਆਫ, ਜਿਸ ਨੂੰ ਆਪਾਂ ਕੀ ਕਹਾਂਗੇ, ਗੇਨ ਆਫ ਡੇ ਕਹਾਂਗੇ। ਕਿਉਂਕਿ ਡੇਟ ਮਾਈਨਸ ਕਰੀ ਜੀ, ਆਪਾਂ ਨੂੰ 1 ਦਿਨ ਹੋਰ ਜੀਣ ਦਾ ਮੌਕਾ ਮਿਲੇਗਾ, ਜਿਸ ਨੂੰ ਆਪਾਂ ਕੀ ਕਹਾਂਗੇ, ਗੇਨ ਆਫ ਡੇ ਕਹਾਂਗੇ। ਇਹ ਆਪਣੀ ਇੰਟਰਨੈਸ਼ਨਲ ਕੀ ਹੈ ਜੀ, ਡੇਟ ਲਾਈਨ ਹੈ। ਲੈਟੀਟਿਊਡਸ, ਐਪਲੀਕੇਸ਼ਨਸ ਆਫ ਲੈਟੀਟਿਊਡ ਸਟਾਰਟ ਕਰਾਂਗੇ ਜੀ ਹੁਣ ਆਪਾਂ, ਜਿਹਦੇ ਨਾਲ ਆਪਾਂ ਨੂੰ ਐਪਲੀਕੇਸ਼ਨ ਆਫ ਲੈਟੀਟਿਊਡ ਨਾਲ ਉਹ ਸੀਜ਼ਨੈਲਿਟੀ ਦਾ ਪਤਾ ਲੱਗੂਗਾ। ਆਪਾਂ ਨੂੰ ਅਰਥ ਦੀ ਰੈਵੋਲੂਸ਼ਨ ਦੇ ਦੌਰਾਨ ਡਿਊਰਿੰਗ 365 ਡੇਜ਼, ਡਿਊਰਿੰਗ 365 ਡੇਜ਼ ਅਰਥ ਦੀ ਜਦੋਂ ਰੈਵੋਲੂਸ਼ਨ ਹੀ ਕੰਪਲੀਟ ਹੋ ਜਾਂਦੀ, ਆਪਾਂ ਨੂੰ 4 ਪੋਜੀਸ਼ਨਸ ਇਹੋ ਜਿਹੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਆਪਾਂ ਸਪੈਸੀਫਾਈ ਕਰਦੇ ਹੋ, ਕੋਈ ਚੇਂਜ ਆਪਾਂ ਨੂੰ ਦੇਖਣ ਨੂੰ ਮਿਲਦਾ। 4 ਪੋਜੀਸ਼ਨਸ ਇਹੋ ਜਿਹੀਆਂ ਨੇ ਜੀ, ਉਹ ਜਿਹੜੀ 21 ਜੂਨ ਨੂੰ ਕੀ ਹੁੰਦਾ, ਜਿਹੜੀਆਂ ਸਨ ਰੇਜ਼ ਨੇ ਉਹ ਡਾਇਰੈਕਟ ਕਿੱਥੇ ਪੈ ਰਹੀਆਂ ਨੇ ਜੀ, ਟ੍ਰੋਪਿਕ ਆਫ ਕੈਂਸਰ ਦੇ ਉੱਤੇ ਪੈ ਰਹੇ ਹੁੰਦੇ, ਟ੍ਰੋਪਿਕ ਆਫ ਕੈਂਸਰ ਦੇ ਉੱਤੇ ਪੈ ਰਹੇ। ਟ੍ਰੋਪਿਕ ਆਫ ਕੈਂਸਰ ਦਾ ਮਤਲਬ ਕਿ ਜਿਹੜਾ ਆਪਣਾ ਅਰਥ ਹੈ, ਆਪਣੀ ਅਰਥ ਬਿਲਕੁਲ ਕੀ ਹੈ, ਅਰਥ ਬਿਲਕੁਲ ਸਿੱਧੀ, ਅਰਥ ਥੋੜ੍ਹੀ ਟਿਲਟਡ ਵੀ ਹੈ, ਥੋੜ੍ਹੀ ਝੁਕੀ ਹੋਈ ਹੈ, ਆਪਦੇ ਐਕਸਿਸ ਤੋਂ ਥੋੜ੍ਹੀ ਜਿਹੀ ਕੀ ਹੋਈ ਜੀ, ਝੁਕੀ ਹੋਈ। ਹੁਣ ਦੇਖੋ ਇਸ ਪੋਜੀਸ਼ਨ ਦੇ ਵਿੱਚ ਤੁਹਾਨੂੰ ਕਲੀਅਰ ਹੋ ਰਿਹਾ ਵੀ ਅਰਥ ਦਾ ਝੁਕਾਅ ਥੋੜ੍ਹਾ ਜਿਹਾ ਕਿੱਧਰ ਨੂੰ ਹੈ, ਇੱਧਰ ਨੂੰ ਹੈ ਜੀ। ਮਤਲਬ ਜਿਹੜੀਆਂ ਸਨ ਰੇਜ਼ ਨੇ ਸਿੱਧੀਆਂ ਕਿੱਥੇ ਪੈ ਰਹੀਆਂ, ਟ੍ਰੋਪਿਕ ਆਫ ਕੈਂਸਰ 'ਤੇ ਪੈ ਰਹੇ। ਟ੍ਰੋਪਿਕ ਆਫ ਕੈਂਸਰ ਮੀਨਸ 21 ਜੂਨ ਨੂੰ ਮੀਨਸ 90 ਡਿਗਰੀ ਦਾ ਐਂਗਲ ਬਣਾਉਂਦੀਆਂ ਜੀ ਸਨ ਰੇਜ਼ ਸਿੱਧਾ ਟ੍ਰੋਪਿਕ ਆਫ ਕੈਂਸਰ ਦੇ ਉੱਤੇ। ਤਾਈਓ ਕਰਕੇ ਆਪਾਂ ਨੂੰ ਨਾਰਦਰਨ ਹੈਮੀਸਫੇਅਰ ਦੇ ਵਿੱਚ ਅਰਥ ਦੀ ਟਿਲਟੇਸ਼ਨ ਕਰਕੇ ਨਾਰਦਰਨ ਹੈਮੀਸਫੇਅਰ ਦੇ ਵਿੱਚ ਆਪਾਂ ਨੂੰ ਕੀ ਫੀਲ ਹੁੰਦੀ ਹੈ ਜੀ, ਗਰਮੀ ਫੀਲ ਹੁੰਦੀ ਹੈ। ਕਿਉਂਕਿ ਸਨ ਦੀਆਂ ਰੇਜ਼ ਸਾਰੀਆਂ ਅਰਥ ਦੀ ਟਿਲਟੇਸ਼ਨ ਕਰਕੇ ਸਾਰਾ ਸਨ ਦਾ ਇਫੈਕਟ ਕਿੱਧਰ ਪੈਂਦਾ ਜੀ, ਨਾਰਦਰਨ ਹੈਮੀਸਫੇਅਰ ਦੇ ਵਿੱਚ ਪੈਂਦਾ ਹੈ। ਪਰ
ਸਾਊਦਰਨ ਹੈਮੀਸਫੇਅਰ ਵਿੱਚ ਆਪਾਂ ਨੂੰ ਕੀ ਫੀਲ ਹੁੰਦੀ ਹੈ? ਵਿੰਟਰ ਫੀਲ ਹੁੰਦੀ ਹੈ, ਕਿਉਂਕਿ ਸਾਊਦਰਨ ਹੈਮੀਸਫੇਅਰ ਦਾ ਜਿਹੜਾ ਹਿੱਸਾ ਹੈ ਉਹ ਥੋੜ੍ਹਾ ਪਿੱਛੇ ਹਟ ਜਾਂਦਾ ਜੀ, ਉਹ ਥੋੜ੍ਹਾ ਸਨ ਦੀਆਂ ਰੇਜ਼ ਤੋਂ ਪਿੱਛੇ ਰਹਿੰਦਾ ਜੀ। ਕਲੀਅਰ ਹੈ ਜੀ। ਉਦੋਂ ਬਾਅਦ ਆ ਜਾਂਦਾ ਜੀ 23 ਦਸੰਬਰ। ਉਦੋਂ ਬਾਅਦ 23 ਦਸੰਬਰ ਦੇ ਦਿਨ ਇਹੋ ਜਿਹਾ ਹੁੰਦਾ ਜੀ ਜਦੋਂ ਸਨ ਦੀਆਂ ਰੇਜ਼ ਸਿੱਧੀਆਂ ਕਿਤੇ ਪੈ ਰਹੀਆਂ ਨੇ, ਇਕੁਅਲ ਪੈ ਰਹੀਆਂ ਹੁੰਦੀਆਂ ਨੇ, ਇਕੁਏਟਰ 'ਤੇ ਪੈ ਰਹੀਆਂ ਹੁੰਦੀਆਂ ਨੇ। ਨਾ ਤਾਂ ਉਹ ਕੈਂਸਰ 'ਤੇ ਹੁੰਦੀਆਂ ਨੇ ਜੀ ਪ੍ਰੋਪਰ, ਨਾ ਪ੍ਰੋਪਰ ਕੀਤੇ ਹੁੰਦੀਆਂ ਨੇ ਜੀ ਕੈਪਰੀਕੌਨ 'ਤੇ ਹੁੰਦੀਆਂ ਨੇ। ਮੀਨਸ ਡੇ ਅਤੇ ਨਾਈਟ ਕੀ ਹੁੰਦੇ ਨੇ ਜੀ ਇੱਥੇ? ਬਰਾਬਰ ਹੁੰਦੇ ਨੇ। ਡੇ ਅਤੇ ਨਾਈਟ ਇੱਥੇ ਕੀ ਹੁੰਦੇ ਨੇ ਜੀ? ਬਰਾਬਰ ਹੁੰਦੇ ਨੇ। ਪਰ 21 ਜੂਨ 'ਤੇ ਕੀ ਹੁੰਦੇ ਨੇ ਜੀ? ਇਸ ਕੰਡੀਸ਼ਨ ਸਮਰ 'ਚ ਕੀ ਹੁੰਦੇ ਨੇ? ਡੇ ਵੱਡੇ ਹੁੰਦੇ ਨੇ, ਨਾਈਟਸ ਕੀ ਹੁੰਦੀਆਂ ਨੇ ਜੀ? ਛੋਟੀਆਂ ਹੁੰਦੀਆਂ ਨੇ। ਪਰ ਜਦੋਂ 23 ਸਤੰਬਰ ਆਉਂਦਾ, ਇਹਨੂੰ ਇਕਵੀਨੌਕਸ ਕਹਿੰਦੇ ਨੇ। ਉਦੋਂ ਡੇ ਅਤੇ ਨਾਈਟ ਕੀ ਹੁੰਦੇ ਨੇ? ਜੋ ਸਨ ਦੀ ਪੋਜੀਸ਼ਨ ਕਿੱਥੇ ਹੈ ਜੀ? ਇਕੁਏਟਰ ਦੇ ਉੱਤੇ। ਸਨ ਦੀ ਪੋਜੀਸ਼ਨ ਕਿੱਥੇ ਹੈ ਜੀ? ਇਕੁਏਟਰ ਦੇ ਉੱਤੇ। ਅਤੇ 21 ਜੂਨ ਨੂੰ ਸਨ ਦੀਆਂ ਰੇਜ਼ 90 ਡਿਗਰੀ ਦਾ ਐਂਗਲ ਕਿਤੇ ਬਣਾ ਰਹੀਆਂ ਸੀ ਜੀ? ਟ੍ਰੋਪਿਕ ਆਫ ਕੈਂਸਰ ਦੇ ਉੱਤੇ। ਟ੍ਰੋਪਿਕ ਆਫ ਕੈਂਸਰ ਦੇ ਉੱਤੇ। ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਜੀ? ਸਮਰ ਸੋਲਿਸਟਿਸ। ਉਸ ਚੀਜ਼ ਨੂੰ ਆਪਾਂ 21 ਜੂਨ ਨੂੰ ਆਪਾਂ ਕੀ ਕਹਿੰਦੇ ਜੀ? ਸਮਰ ਸੋਲਿਸਟਿਸ ਕਦੋਂ ਹੁੰਦਾ ਹੈ? ਜਦੋਂ ਸਨ ਦੀਆਂ ਰੇਜ਼ ਟ੍ਰੋਪਿਕ ਆਫ ਕੈਂਸਰ ਦੇ ਉੱਤੇ 90 ਡਿਗਰੀ ਦਾ ਐਂਗਲਸ ਬਣਾਉਂਦੀਆਂ ਨੇ। ਠੀਕ ਹੈ ਜੀ। ਉਦੋਂ ਬਾਅਦ 23 ਸੈਪਟੈਂਬਰ ਨੂੰ ਕੀ ਹੁੰਦਾ ਜੀ? ਸਨ ਦੀਆਂ ਰੇਜ਼ ਕਿਤੇ ਪੈ ਰਹੀਆਂ ਹੁੰਦੀਆਂ ਨੇ ਜੀ? ਇਕੁਏਟਰ ਦੇ ਉੱਤੇ ਪੈ ਰਹੀਆਂ ਹੁੰਦੀਆਂ ਨੇ। ਡੇ ਅਤੇ ਨਾਈਟ ਕੀ ਹੁੰਦੇ ਨੇ ਜੀ? ਬਰਾਬਰ। ਇਸੇ ਚੀਜ਼ ਨੂੰ ਆਪਾਂ ਇਕਵੀਨੌਕਸ ਕਹਿੰਦੇ ਹਾਂ। ਇਕਵੀਨੌਕਸ। ਸਮਰ ਤੋਂ ਬਾਅਦ ਕੀ ਹੈ ਜੀ? ਸਮਰ ਤੋਂ ਬਾਅਦ ਆਟਮ ਆਏ ਜੀ। ਉਦੋਂ ਬਾਅਦ 22 ਦਸੰਬਰ ਦੀ ਪੋਜੀਸ਼ਨ ਆਉਂਦੀ ਜੀ। 22 ਦਸੰਬਰ ਨੂੰ ਜਿਹੜੀਆਂ ਸਨਰੇਜ਼ 21 ਜੂਨ ਨੂੰ 90 ਡਿਗਰੀ ਦਾ ਐਂਗਲ ਕੈਂਸਰ ਦੇ ਉੱਤੇ ਬਣਾ ਰਹੀਆਂ ਸੀ, ਉਹੀ ਸਨਰੇਜ਼ 22 ਦਸੰਬਰ ਨੂੰ 90 ਡਿਗਰੀ ਦਾ ਐਂਗਲ ਕਿਤੇ ਬਣਾਉਂਦੀਆਂ ਨੇ ਜੀ? ਕੈਪਰੀਕੌਨ 'ਤੇ ਬਣਾਉਂਦੀਆਂ ਨੇ। ਕੈਪਰੀਕੌਨ 'ਤੇ ਬਣਾਉਂਦੀਆਂ ਨੇ। ਕੈਪਰੀਕੌਨ ਮੀਨਸ ਜਿਹੜੇ ਇਕੁਏਟਰ ਤੋਂ ਥੱਲੇ ਜੀ 23.5 ਡਿਗਰੀ ਸਾਊਥ 'ਤੇ ਬਣਾਉਂਦੀਆਂ ਨੇ। ਇਸੇ ਕਰਕੇ 22 ਦਸੰਬਰ ਨੂੰ ਜਿਹੜੀ ਸਾਊਦਰਨ ਹੈਮੀਸਫੇਅਰ ਦੇ ਵਿੱਚ ਕੀ ਫੀਲ ਹੁੰਦੀ ਹੈ ਜੀ? ਸਮਰ ਫੀਲ ਹੁੰਦੀ ਹੈ। ਅਤੇ ਨਾਰਦਰਨ ਹੈਮੀਸਫੇਅਰ ਦੇ ਵਿੱਚ ਆਪਾਂ ਨੂੰ ਕੀ ਫੀਲ ਹੁੰਦਾ ਹੈ ਜੀ? ਵਿੰਟਰ ਫੀਲ ਹੁੰਦੀ ਹੈ। ਇਸ ਕਰਕੇ 22 ਦਸੰਬਰ ਨੂੰ ਆਪਾਂ ਕੀ ਕਹਿੰਦੇ ਜੀ? ਵਿੰਟਰ ਸੋਲਿਸਟਿਸ ਕਹਿੰਦੇ ਆ। ਨਾਰਦਰਨ ਹੈਮੀਸਫੇਅਰ ਦੇ ਵਿੱਚ ਡੇ ਛੋਟੇ ਹੋ ਜਾਂਦੇ ਨੇ ਜੀ, ਨਾਈਟਸ ਵੱਡੀਆਂ ਹੋ ਜਾਂਦੀਆਂ ਨੇ। ਨਾਰਦਰਨ ਹੈਮੀਸਫੇਅਰ। ਪਰ ਸਾਊਦਰਨ ਹੈਮੀਸਫੇਅਰ ਦੇ ਵਿੱਚ ਕੀ ਹੁੰਦਾ ਜੀ? ਡੇਜ਼ ਵੱਡੇ ਹੋ ਜਾਂਦੇ ਨੇ, ਨਾਈਟਸ ਕੀ ਹੁੰਦੇ ਨੇ ਜੀ? ਛੋਟੀਆਂ ਹੋ ਜਾਂਦੀਆਂ ਨੇ। ਉਦੋਂ ਬਾਅਦ ਆਉਂਦਾ ਜੀ 21 ਮਾਰਚ। 21 ਮਾਰਚ ਨੂੰ ਵੀ ਜਿਹੜੀਆਂ ਸਨ ਦੀਆਂ ਰੇਜ਼ ਨੇ 90 ਡਿਗਰੀ ਦੇ ਐਂਗਲਸ ਕਿਤੇ ਬਣਾਉਂਦੀਆਂ ਜੀ? ਇਕੁਏਟਰ 'ਤੇ ਬਣਾਉਂਦੀਆਂ ਨੇ। ਅਤੇ ਆਪਾਂ ਨੂੰ ਸਪਰਿੰਗ ਡੇ ਅਤੇ ਨਾਈਟ ਦੁਬਾਰੇ ਕੀ ਹੋ ਜਾਂਦੇ ਨੇ ਜੀ? ਬਰਾਬਰ ਹੁੰਦੇ ਨੇ। ਅਤੇ ਆਪਣਾ ਸੀਜ਼ਨ ਕਿਹੜਾ ਆ ਜਾਂਦਾ ਜੀ? ਸਪਰਿੰਗ ਦਾ ਆ ਜਾਂਦਾ ਹੈ। 21 ਮਾਰਚ ਨੂੰ ਵੀ ਕਹਿੰਦੇ ਇਕਵੀਨੌਕਸ ਕਿਉਂ ਹੈ ਜੀ? ਡੇ ਅਤੇ ਨਾਈਟ ਕੀ ਨੇ ਜੀ? ਬਰਾਬਰ ਨੇ। ਇਹ ਆਪਣੀਆਂ ਚਾਰੇ ਪੋਜੀਸ਼ਨਸ ਨੇ ਜੀ ਅਰਥ ਦੀਆਂ। 4 ਸੀਜ਼ਨ ਨੇ ਆਪਣੇ। ਸਮਰ 21 ਜੂਨ ਸਮਰ ਸੋਲਿਸਟਿਸ, ਜਦੋਂ ਸਨਰੇਜ਼ 90 ਡਿਗਰੀ ਦਾ ਐਂਗਲ ਕਿਤੇ ਬਣਾਉਂਦੀਆਂ ਨੇ? ਕੈਂਸਰ 'ਤੇ ਬਣਾਉਂਦੀਆਂ ਨੇ। ਕੈਂਸਰ ਦੇ ਬਣਾਉਂਦੇ ਨੇ। ਨਾਰਦਰਨ ਹੈਮੀਸਫੇਅਰ ਦੇ ਵਿੱਚ ਸਮਰ ਰਹਿੰਦੀ ਹੈ। ਸਾਊਦਰਨ ਹੈਮੀਸਫੇਅਰ ਵਿੱਚ ਕੀ ਰਹਿੰਦੀ ਜੀ? ਵਿੰਟਰ ਰਹਿੰਦੀ ਹੈ। 23 ਸੈਪਟੈਂਬਰ ਨੂੰ ਸਨ ਦੀਆਂ ਰੇਜ਼ ਇਕੁਏਟਰ 'ਤੇ ਪੈਂਦੇ ਨੇ ਜੀ। ਡੇ ਅਤੇ ਨਾਈਟ ਇਕੁਅਲ ਹੁੰਦੇ ਨੇ। ਇਸ ਕੰਡੀਸ਼ਨ ਨੂੰ ਇਕਵੀਨੌਕਸ ਕਹਿੰਦੇ ਨੇ। ਅਤੇ ਆਟਮ ਸੀਜ਼ਨ ਆ ਜਾਂਦਾ ਜੀ। ਉਸ ਤੋਂ ਬਾਅਦ 22 ਦਸੰਬਰ ਨੂੰ ਸਨ ਦੀਆਂ ਰੇਜ਼ 90 ਡਿਗਰੀ ਦਾ ਐਂਗਲ ਕਿਤੇ ਬਣਾਉਂਦੇ ਨੇ ਜੀ? ਕੈਪਰੀਕੌਨ 'ਤੇ ਬਣਾਉਂਦੀਆਂ ਨੇ। ਇਸ ਕਰਕੇ ਸਾਊਦਰਨ ਹੈਮੀਸਫੇਅਰ 'ਚ ਆਪਾਂ ਨੂੰ ਸਮਰ ਦੇਖਣ ਨੂੰ ਮਿਲਦੀ ਹੈ, ਅਤੇ ਨਾਰਦਰਨ ਹੈਮੀਸਫੇਅਰ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਜੀ? ਵਿੰਟਰ ਦੇਖਣ ਨੂੰ ਮਿਲਦੀ ਹੈ। ਅਤੇ 22 ਦਸੰਬਰ ਨੂੰ ਆਪਾਂ ਵਿੰਟਰ ਸੋਲਿਸਟਿਸ ਕਹਿ ਦਿੰਦੇ ਹਾਂ ਜੀ। ਉਦੋਂ ਬਾਅਦ 21 ਮਾਰਚ ਨੂੰ ਆਉਂਦਾ ਜੀ। 21 ਮਾਰਚ ਨੂੰ ਸਨ ਦੀਆਂ ਰੇਜ਼ ਅਗੇਨ ਇਕੁਏਟਰ 'ਤੇ ਪੈਂਦੀਆਂ ਨੇ ਜੀ। ਅਗੇਨ ਇਕੁਏਟਰ 'ਤੇ ਪੈਂਦੀਆਂ ਨੇ। ਅਤੇ ਡੇ ਅਤੇ ਨਾਈਟ ਕੀ ਹੁੰਦੇ ਨੇ? ਬਰਾਬਰ ਹੋ ਜਾਣਗੇ। ਅਤੇ ਇਸ ਨੂੰ ਸੀਜ਼ਨ ਨੂੰ ਕੀ ਕਹਿੰਦੇ ਜੀ? ਆਪਾਂ ਸਪਰਿੰਗ ਕਹਿੰਦੇ ਹਾਂ। ਉਮੀਦ ਕਰਦਾ ਗਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇੱਕ ਵਾਰ ਦੁਬਾਰੇ ਦੇਖਿਓ। ਨੈਕਸਟ ਕਲਾਸ 'ਚ ਆਪਾਂ ਸ਼ੁਰੂ ਕਰਾਂਗੇ ਜੀ। ਨੈਕਸਟ ਕਲਾਸ ਤੁਹਾਨੂੰ ਪਤਾ ਲੱਗੇਗਾ ਕਿਵੇਂ ਆਪਣਾ ਐਟਲਾਂਟਿਕ ਓਸ਼ਨ ਬਣਿਆ ਜੀ, ਕਿਵੇਂ ਆਪਣਾ ਲਾਵਾ ਧਰਤੀ ਤੋਂ ਬਾਹਰ ਆਇਆ, ਕਿਵੇਂ ਆਪਣਾ ਐਟਲਾਂਟਿਕ ਓਸ਼ਨ ਬਣਿਆ। ਕਿਉਂਕਿ ਜੋਗਰਾਫੀ ਕਿਹੋ ਜਿਹਾ ਵਿਸ਼ਾ ਹੈ, ਇਸ ਦਾ ਤੁਸੀਂ ਰੱਟਾ ਜਿੰਨਾ ਲਾਓਗੇ ਉਹਨਾਂ ਤੁਸੀਂ ਪਜ਼ਲ ਹੋਵੋਗੇ। ਜਿੰਨਾ ਤੁਹਾਨੂੰ ਫਿਜ਼ੀਕਲੀ ਕਨਸੈਪਚੁਅਲੀ ਕਲੀਅਰਿਟੀ ਹੋਊਗੀ ਜੋਗਰਾਫੀ ਦੇ ਵਿੱਚ, ਉਹਨਾਂ ਤੁਹਾਡਾ ਜੋਗਰਾਫੀ ਦਾ ਸਬਜੈਕਟ ਕੀ ਬਣੇਗਾ? ਸਟਰੋਂਗ ਬਣੇਗਾ ਅਤੇ ਤੁਹਾਨੂੰ ਸਫਲਤਾ ਦਿਲਾਏਗਾ। ਥੈਂਕ ਯੂ।